ਲੀਡਰਾਂ ਨੂੰ ਸੁਨੇਹੇ ਲੱਗ ਗਏ ਨੇ ਕਿਸਾਨ ਸੰਯੁਕਤ ਮੋਰਚਾ ਦੇ ਵੱਲੋਂ। ਕੀ ਲੱਗਦਾ ਹੈ ਕਿ ਕਿਹੜੇ-ਕਿਹੜੇ ਸਵਾਲ ਹੋ ਸਕਦੇ ਨੇ? ਗੱਲ ਬਾਰ-ਬਾਰ ਸੰਯੁਕਤ ਮੋਰਚੇ ਤੋਂ ਕਰੀ ਗਈ। ਇਹ ਗੱਲ ਬਾਰ-ਬਾਰ ਲੀਡਰਾਂ ਨੇ ਕਹੀ। ਜੋਗਿੰਦਰ ਯਾਦਵ ਨੇ ਜਿਵੇਂ ਕਿਹਾ ਕਿ ਆਪਾਂ ਦੇਖੋ ਦੁਸ਼ਮਣ ਕੌਣ ਆ, ਦੋਸਤ ਕੌਣ ਆ। ਸੰਯੁਕਤ ਮੋਰਚੇ ਨੇ ਕਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪ੍ਰਧਾਨ ਆਉਣ, ਇਹ ਨਹੀਂ ਕਿ ਥੱਲੜੇ ਲੀਡਰ ਆਉਣ। ਨਵਜੋਤ ਸਿੱਧੂ ਵੀ ਹੋਣਗੇ ਉੱਥੇ ਸੁਖਬੀਰ ਬਾਦਲ ਵੀ ਹੋਣਗੇ, ਉੱਥੇ ਭਗਵੰਤ ਮਾਨ ਵੀ ਹੋਣਗੇ। ਇਸ ਧਰਨੇ ਦੇ ਅੰਦਰ ਵੀ ਜਿਹੜੇ ਬੰਦੇ ਨੇ ਹੀਰੋ ਬਣਨ ਦੀ ਕੋਸ਼ਿਸ਼ ਕੀਤੀ, ਕਨਫਰੰਟੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਉਹ ਬੰਦਾ ਜ਼ੀਰੋ ਹੋਇਆਗਾ। ਸਭ ਤੋਂ ਵੱਡੀ ਰਾਜਨੀਤੀ ਮੈਨੂੰ ਲੱਗਦਾ ਇਸ ਦੌਰ 'ਚ ਉਹ ਆ ਰਾਜਨੀਤੀ ਨਾ ਕਰਨਾ। ਰਾਜਨੀਤੀ ਨਾ ਕਰਨਾ ਹੀ ਸਭ ਤੋਂ ਵੱਡੀ ਰਾਜਨੀਤੀ ਹੈ। ਜਿਹੜਾ ਬੰਦਾ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਪਰ ਦਿੱਲੀ ਨੂੰ ਕੈਪਟਨ ਨੂੰ ਪਤਾ ਸੀਗਾ ਕਿ ਦਿੱਲੀ ਜਾਣਗੇ ਤੇ ਸਾਡਾ ਖਹਿੜਾ ਛੁੱਟੇਗਾ। ਸਰਕਾਰ ਨੂੰ ਪਤਾ ਸੀਗਾ ਦਿੱਲੀ ਗਏ ਇੱਥੋਂ ਖਹਿੜਾ ਛੁੱਟਿਆ। ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਏਜੰਡਾ ਕੀ ਹੋਵੇ? ਕੀ ਲੱਗਦਾ ਕਿ ਬੀਜੇਪੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਇਸ ਦੇ ਨਾਲ? ਤੇ ਬੀਜੇਪੀ ਵਾਲੇ ਹਸਲਾ ਕਰਾ ਸਕਦੇ ਨੇ ਅਗਰ ਪੰਜਾਬ ਵਾਲੇ ਜਾਣ। ਜਿਹੜਾ ਵੀ ਬੰਦਾ ਕਨਫਰੰਟੇਸ਼ਨ ਦੀ ਪੋਲਿਟਿਕਸ ਕਰੇਗਾ ਕਿਸਾਨਾਂ ਨਾਲ, ਉਹਦਾ ਨੁਕਸਾਨ ਹੋਏਗਾ। ਕੋਈ ਵੀ ਪੋਲੀਟੀਕਲ ਪਾਰਟੀ ਹੋਵੇ। ਤੱਕ ਧਰਨਾ ਖਤਮ ਨਹੀਂ ਹੁੰਦਾ। 2022 ਦੀਆਂ ਚੋਣਾਂ ਬਾਰੇ ਸੋਚਿਆ ਨਹੀਂ ਜਾ ਸਕਦਾ। ਔਰ 2022 ਇੱਕ ਤਿੱਖੀ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਬੜੀ ਸਕੈਟਰਡ ਇਲੈਕਸ਼ਨ ਹੋਊਗੀ। ਬਹੁਤ ਆਰਗੇਨਾਈਜ਼ਡ ਨਹੀਂ ਹੋਣੀ। ਚਿਹਰਿਆਂ ਦੇ ਉੱਤੇ ਚੀਜ਼ਾਂ ਲੜੀਆਂ ਜਾਣਗੀਆਂ। ਜਿਹੜਾ ਵਿਅਕਤੀ ਵਧੀਆ ਲੱਗੇਗਾ ਲੋਕਾਂ। ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਨੂੰ ਲਾਏ ਸੁਨੇਹੇ। 10 ਸਤੰਬਰ ਨੂੰ ਕਿਸਾਨਾਂ ਦੇ ਹੋਣਗੇ ਸਵਾਲ ਤੇ ਸਿਆਸੀ ਲੀਡਰਾਂ ਦੇ ਹੋਣਗੇ ਜਵਾਬ। ਕੀ ਹੋ ਸਕਦੇ ਨੇ ਕਿਸਾਨਾਂ ਦੇ ਵੱਲੋਂ ਲੀਡਰਾਂ ਨੂੰ ਸਵਾਲ? ਇਸੇ ਨੂੰ ਹੀ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਹੁਣਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਸਿਆਸੀ ਲੀਡਰਾਂ ਨੂੰ ਸੁਨੇਹੇ ਲੱਗ ਗਏ ਨੇ ਕਿਸਾਨ ਸੰਯੁਕਤ ਮੋਰਚਾ ਦੇ ਵੱਲੋਂ। ਕੀ ਲੱਗਦਾ ਹੈ ਕਿ ਕਿਹੜੇ-ਕਿਹੜੇ ਸਵਾਲ ਹੋ ਸਕਦੇ ਨੇ? ਦੇਖੋ, ਸਵਾਲ ਤੇ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਇਤਿਹਾਸ ਮੁਤਾਬਕ ਤੇ ਉਹਨਾਂ ਦੇ ਕਿਰਦਾਰ ਮੁਤਾਬਕ ਹੋਣਗੇ। ਕਾਂਗਰਸ ਪਾਰਟੀ ਨੂੰ ਇਹ ਸਵਾਲ ਹੋ ਸਕਦਾ ਕਿ ਸਰਕਾਰ ਦਾ ਕੀ ਕੰਮ ਸੀਗਾ ਔਰ ਸਰਕਾਰ ਨੇ ਕੀ ਕੀਤਾ। ਵਿਧਾਨ ਸਭਾ 'ਚ ਤਾਂ ਤੁਸੀਂ ਜੋ ਕੀਤਾ ਉਸ ਤੋਂ ਬਾਅਦ ਕੀ ਕੀਤਾ ਮੋਦੀ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਕਰਨ ਲਈ। ਇੱਕ ਤਾਂ ਮੋਟਾ ਸਵਾਲ ਮੇਰਾ ਇਹ ਮੰਨਣਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਹੋਏਗਾ ਕਿ ਤੁਸੀਂ ਕਿਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਕੀਤਾ ਮੋਦੀ ਸਰਕਾਰ ਦੇ ਉੱਤੇ। ਦੂਸਰਾ ਸਵਾਲ ਇਹ ਹੋ ਸਕਦਾ ਕਾਂਗਰਸ ਪਾਰਟੀ ਨੂੰ ਕਿ ਜੋ ਵਿਧਾਨ ਸਭਾ ਦੇ ਅੰਦਰ ਪਾਇਆ ਸੀਗਾ ਮਤਾ, ਉਹ ਮੁੜ ਕੇ ਗਵਰਨਰ ਕੋਲੇ ਫਸਿਆ ਪਿਆ। ਕੀ ਤੁਸੀਂ ਜਿਹੜਾ ਕਾਨੂੰਨ ਰੱਦ ਕਰਨ ਵਾਲੀ ਗੱਲ ਜਾਂ ਇੱਥੇ ਜਿਹੜੀ ਗੱਲ ਸੀਗੀ ਇੱਕ ਅਲਟਰਨੇਟਿਵ ਸਿਰਜਣ ਦੀ ਗੱਲ ਸੀਗੀ ਕਿ ਉਹ ਹੋਈ ਹੈਗੀ? ਉਹ ਸਵਾਲ ਹੋ ਸਕਦਾ। ਅਕਾਲੀ ਦਲ ਨੂੰ ਇਹ ਪੁੱਛ ਸਕਦਾ ਤੁਸੀਂ ਮਿਨਿਸਟਰੀ ਸੀਗੇ, ਮਿਨਿਸਟਰੀ ਤੁਸੀਂ ਛੱਡੀ ਵੀ ਜੀ, ਪਰ ਜੇ ਤੁਸੀਂ ਟਾਈਮ ਤੇ ਛੱਡਦੇ ਕਿਉਂ ਨਹੀਂ ਛੱਡੀ? ਇਸ ਤਰ੍ਹਾਂ ਦੇ ਸਵਾਲ ਅਕਾਲੀ ਦਲ ਨੂੰ ਹੋ ਸਕਦੇ ਆ। ਆਮ ਆਦਮੀ ਪਾਰਟੀ ਨੂੰ ਵੀ ਸਵਾਲ ਹੋ ਸਕਦੇ ਹੈਗੇ। ਆਮ ਆਦਮੀ ਪਾਰਟੀ ਨੂੰ ਵੀ ਇਹ ਪੁੱਛ ਸਕਦੇ ਨੇ ਕਿ ਦਿੱਲੀ 'ਚ ਤੁਹਾਡੀ ਸਰਕਾਰ ਹੈਗੀ ਜੀ, ਦਿੱਲੀ 'ਚ ਤੁਸੀਂ ਸਾਡੇ ਧਰਨੇ ਦੇ ਲਈ ਕੀ ਕੀਤਾ? ਸੇਵਾ ਤਾਂ ਸਭ ਨੇ ਕੀਤੀ ਹੈ ਜੀ, ਪਰ ਡਿਪਲੋਮੈਟਿਕ ਤੌਰ ਤੇ ਪੋਲੀਟੀਕਲ ਤੌਰ ਦੇ ਉੱਤੇ ਮੋਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਕਿਵੇਂ ਬਿਲਡ ਕੀਤਾ? ਤਾਂ ਇੱਕ ਤਾਂ ਦੇਖੋ ਸੰਯੁਕਤ ਮੋਰਚਾ ਆਪਣੇ ਆਪ ਨੂੰ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਕਿਸੇ ਇੱਕ ਪੋਲੀਟੀਕਲ ਪਾਰਟੀ ਨਾਲ ਉਹਨਾਂ ਦਾ ਕੋਈ ਰੌਲਾ ਨਹੀਂ, ਇਕੱਲਾ ਬੀਜੇਪੀ ਤੋਂ ਬਿਨਾਂ। ਇਸ ਕਰਕੇ ਕਿ ਨਿਰਪੱਖ ਤਰੀਕੇ ਨਾਲ ਉਹ ਸਵਾਲ ਸਾਰੀਆਂ ਪਾਰਟੀਆਂ ਨੂੰ ਬਰਾਬਰ ਹੀ ਕਰਨਗੇ। ਉਹ ਹੋਏਗਾ ਕਿ ਵੱਖ-ਵੱਖ ਉਹਦੀ ਗ੍ਰੈਵਿਟੀ ਤੇ ਇੰਟੈਂਸਿਟੀ ਵੱਖ-ਵੱਖ ਹੋਏਗੀ। ਉਹ ਕਿਉਂ ਹੋਏਗੀ? ਕਿਉਂਕਿ ਵੱਖ-ਵੱਖ ਪਾਰਟੀਆਂ ਦਾ ਵੱਖ-ਵੱਖ ਇਤਿਹਾਸ ਆ, ਉਹਨਾਂ ਦੇ ਵੱਖ-ਵੱਖ ਐਕਸ਼ਨ ਰਹੇ ਨੇ। ਕੋਈ ਸਰਕਾਰ ਦੇ ਨਾਲ ਰਿਹਾ, ਕੋਈ ਸਰਕਾਰ ਤੋਂ ਬਾਹਰ ਹੈ, ਕੋਈ ਦਿੱਲੀ 'ਚ ਬੈਠਾ। ਉਸ ਤਰ੍ਹਾਂ ਦੇ ਸਵਾਲ ਸਭ ਨੂੰ ਹੋਣਗੇ। ਇਸ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਪੋਲੀਟੀਕਲ ਪਾਰਟੀਆਂ ਨੂੰ ਦੇਣੇ ਪੈਣਗੇ। ਔਰ ਮੈਨੂੰ ਲੱਗਦਾ ਇੱਕ ਕਥਾਰਸਿਸ ਵੀ ਹੋ ਜਾਏਗਾ, ਜਿਹੜਾ ਇੱਕ ਕਿਸਾਨਾਂ ਦੇ ਅੰਦਰ ਵੀ ਇੱਕ ਵੱਡਾ ਸੁਨੇਹਾ ਚਲਾ ਜਾਏਗਾ ਕਿਹਦਾ ਵਿਰੋਧ ਕਰਨਾ, ਕਿਹਦਾ ਨਹੀਂ ਕਰਨਾ। ਹੁਣ ਕੀ ਹੋ ਰਿਹਾ? ਲੀਡਰ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਵਿਰੋਧ ਉਹਨਾਂ ਦਾ ਕਰੋ ਜਿਨ੍ਹਾਂ ਨੇ ਸਾਡੇ ਬਿੱਲ ਲਿਆਂਦੇ ਨੇ, ਯਾਨੀ ਬੀਜੇਪੀ ਦਾ। ਬਾਕੀਆਂ ਨੂੰ ਸਵਾਲ ਕਰੋ। ਸਵਾਲ ਕਰਨ ਦਾ ਤਰੀਕਾ ਕੀ ਹੋਵੇ ਉਹਦੇ 'ਤੇ ਵੀ ਚਰਚਾ ਹੋਏਗੀ, ਕਿਉਂਕਿ ਐਂ ਤਾਂ ਨਹੀਂ ਹੋਏਗਾ ਕਿ ਜਥੇਬੰਦੀਆਂ ਸਵਾਲ ਕਰਨਗੀਆਂ ਤੇ ਪੋਲੀਟੀਕਲ ਪਾਰਟੀਆਂ ਬੋਲਣਗੀਆਂ। ਉਹ ਵੀ ਕੁਝ ਗੱਲਾਂ ਰੱਖਣਗੀਆਂ ਆਪੋ ਆਪਣੀਆਂ, ਕਿਉਂਕਿ ਘੇਰੇ ਕਾਂਗਰਸ ਵੀ ਗਏ ਨੇ, ਘੇਰੇ ਅਕਾਲੀ ਵੀ ਗਏ ਨੇ, ਘੇਰੇ ਆਪ ਵਾਲੇ ਵੀ ਗਏ ਨੇ। ਤਾਂ ਆਪਾਂ ਸਾਰਿਆਂ ਨੇ ਵਿਜ਼ੂਅਲ ਦੇਖੇ ਨੇ। ਆਪਦੇ ਐਮਐਲਏ ਨੂੰ ਵੀ ਘੇਰ ਲਿਆ ਸੀ ਪਿੱਛੇ ਜੇ। ਤਾਂ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਆਪਣੀ ਗੱਲ ਰੱਖਣੀਆਂ। ਜਿਹਦੀ ਜੋ ਲਾਇਬਿਲਟੀ ਹੈ ਉਹਨੂੰ ਉਹ ਜਵਾਬ ਦੇਣਾ ਪਏਗਾ। ਕਾਂਗਰਸ ਦੀ ਜੋ ਲਾਇਬਿਲਟੀ ਹੈ ਕਾਂਗਰਸ ਉਹਦਾ ਜਵਾਬ ਦੇਗੀ। ਬੀਜੇਪੀ ਦੀ ਲਾਇਬਿਲਟੀ ਹੈ, ਬੀਜੇਪੀ ਦਾ ਬਾਈਕਾਟ ਕਰਤਾ ਉਹਨਾਂ ਨੇ। ਅਕਾਲੀ ਦਲ ਦੀ ਜੋ ਲਾਇਬਿਲਟੀ ਸੀ ਅਕਾਲੀ ਦਲ ਉਹਦਾ ਜਵਾਬ ਦੇਗਾ। ਆਮ ਆਦਮੀ ਪਾਰਟੀ ਦਿੱਲੀ 'ਚ ਬੈਠੀ ਹੈ, ਜੋ ਉਹਦੀਆਂ ਲਾਇਬਿਲਟੀਆਂ ਨੇ ਉਹਦੇ ਜਵਾਬ ਦੇਣਗੇ। ਤਾਂ ਕਿਸਾਨਾਂ ਕੋਲੇ ਹੱਕ ਆ, ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਖੁਦ ਸੱਦਾ ਦਿੱਤਾ। ਅਕਾਲੀ ਦਲ ਸੱਦਾ ਦੇ ਰਿਹਾ ਸੀ, ਬਾਕੀ ਪਾਰਟੀਆਂ ਵੀ ਕਹਿ ਰਹੀਆਂ ਸਾਡੇ ਨਾਲ ਡਾਇਲੋਗ ਕਰ ਲਓ। ਤਾਂ ਡਾਇਲੋਗ ਦੇ ਅੰਦਰ ਫਿਰ ਸਵਾਲ ਸਾਰੇ ਹੀ ਹੋਣਗੇ ਤੇ ਮੀਡੀਆ ਵੀ ਸਾਰਾ ਕਵਰ ਕਰੇਗਾ। ਮੀਡੀਆ ਦੇ ਸਾਹਮਣੇ ਸਾਰੀ ਇਹ ਗੱਲਬਾਤ ਹੋਏਗੀ ਤੇ ਪੋਲੀਟੀਕਲ ਪਾਰਟੀਆਂ ਆਪਣੀ ਗੱਲ ਰੱਖਣਗੀਆਂ।
ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਇੱਕ ਕਲੈਰਿਟੀ ਆਏਗੀ। ਕਲੈਰਿਟੀ ਮਤਲਬ ਇਹ ਆਏਗੀ ਕਿ ਪੰਜਾਬ ਦੇ ਅੰਦਰ ਰੂਪ ਰੇਖਾ ਕੀ ਹੋਵੇ। ਸੰਯੁਕਤ ਮੋਰਚੇ ਨੂੰ ਇਹ ਜ਼ਰੂਰ ਲੱਗਦਾ ਕਿ ਜਿਵੇਂ ਵਾਰ-ਵਾਰ ਉਹ ਸ਼ਰਾਰਤੀ ਅਨਸਰਾਂ ਦੀ ਗੱਲ ਕਰਦੇ ਨੇ ਜਾਂ ਇਹ ਗੱਲ ਕਰਦੇ ਨੇ ਸਾਡੇ ਅੰਦੋਲਨ ਨੂੰ ਖਰਾਬ ਕਰਨ ਦੀ ਗੱਲ ਆ, ਤਾਂ ਪੰਜਾਬ ਦੇ ਅੰਦਰ ਇੱਕ ਮੈਸੇਜ ਵੀ ਜਾਏਗਾ, ਕਿਉਂਕਿ ਇਹ ਗੱਲ ਬਾਰ-ਬਾਰ ਸੰਯੁਕਤ ਮੋਰਚੇ ਤੋਂ ਕਰੀ ਗਈ। ਇਹ ਗੱਲ ਬਾਰ-ਬਾਰ ਲੀਡਰਾਂ ਨੇ ਕਹੀ। ਜੋਗਿੰਦਰ ਯਾਦਵ ਨੇ ਜਿਵੇਂ ਕਿਹਾ ਕਿ ਆਪਾਂ ਦੇਖੋ ਦੁਸ਼ਮਣ ਕੌਣ ਆ, ਦੋਸਤ ਕੌਣ ਆ। ਜੇ ਦੋਸਤ ਇਹ ਨਹੀਂ ਹੈ, ਜਿਹੜੇ ਸਾਡੇ ਸਾਥ ਦੇਣ ਵਾਲੇ ਵੀ ਆ, ਉਹਨਾਂ ਦਾ ਵਿਰੋਧ ਨਾ ਕਰੋ। ਜੋਗਿੰਦਰ ਯਾਦਵ ਨੇ ਮੇਰੇ ਨਾਲ ਇੰਟਰਵਿਊ ਕਰਦਿਆਂ ਇਹ ਗੱਲ ਕਹੀ ਹੈਗੀ ਉੱਥੇ ਮੁਜ਼ੱਫਰਨਗਰ। ਤਾਂ ਉਹ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਇਸ ਮੀਟਿੰਗ 'ਚ ਹੋਏਗੀ। ਸ਼ਾਇਦ ਉਸ ਤੋਂ ਬਾਅਦ ਫਿਰ ਪੰਜਾਬ ਦੇ ਅੰਦਰ ਇੱਕ ਮਾਹੌਲ ਹੋਏਗਾ। ਇਹ ਹੋਏਗਾ ਕਿ ਹੋ ਸਕਦਾ ਕਿਸਾਨ ਮੋਰਚਾ ਕਹੇ ਕਿ ਜਿਹੜੀ ਤੁਸੀਂ ਪੋਲੀਟੀਕਲ ਐਕਟੀਵਿਟੀ ਕਰ ਰਹੇ ਹੋ ਉਹਦੇ 'ਚ ਵੀ ਸਾਡਾ ਮੁੱਦਾ ਰੱਖੋ, ਉਹ 'ਚ ਕਿਸਾਨੀ ਦਾ ਮੁੱਦਾ ਰੱਖੋ, ਕਿਸਾਨੀ ਦੇ ਮੁੱਦੇ ਦੇ ਆਲੇ ਦੁਆਲੇ ਕਰੋ ਤਾਂ ਕਿ ਮੋਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ। ਇਹ ਵੀ ਸੰਯੁਕਤ ਮੋਰਚਾ ਕਹਿ ਸਕਦਾ, ਪਰ ਸੰਯੁਕਤ ਮੋਰਚੇ ਨੇ ਕਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪ੍ਰਧਾਨ ਆਉਣ, ਇਹ ਨਹੀਂ ਕਿ ਥੱਲੜੇ ਲੀਡਰ ਆਉਣ, ਪ੍ਰਧਾਨ ਆਉਣ, ਉਹਨਾਂ ਦੇ ਪ੍ਰਧਾਨਾਂ ਨੂੰ ਜਵਾਬ ਦੇਣੇ ਪੈਣਗੇ। ਯਾਨੀ ਨਵਜੋਤ ਸਿੱਧੂ ਵੀ ਹੋਣਗੇ ਉੱਥੇ ਸੁਖਬੀਰ ਬਾਦਲ ਵੀ ਹੋਣਗੇ, ਉੱਥੇ ਭਗਵੰਤ ਮਾਨ ਵੀ ਹੋਣਗੇ, ਤੇ ਉੱਥੇ ਹੋਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਜਾਬ 'ਚ ਨੇ ਲੈਫਟ ਦੀਆਂ ਜਾਂ ਹੋਰ ਪੋਲੀਟੀਕਲ ਪਾਰਟੀਆਂ ਨੇ, ਬਹੁਜਨ ਸਮਾਜ ਪਾਰਟੀ ਹੈ, ਉਹ ਤੋਂ ਬਿਨਾਂ ਸਿਮਰਨਜੀਤ ਮਾਨ ਨੇ, ਹੋਰ ਸਿਆਸੀ ਪਾਰਟੀਆਂ ਜਿੰਨੀਆਂ ਵੀ ਨੇ ਉਹਨਾਂ ਦੇ ਨੁਮਾਇੰਦੇ ਵੀ ਹੋਣਗੇ। ਜਿਵੇਂ ਕਿ ਜੇ ਆਪਾਂ ਪਹਿਲਾਂ ਦੀ ਗੱਲ ਕਰ ਲਈ ਜਾਵੇ ਤਾਂ ਹਰ ਪਾਰਟੀ ਨੇ ਕਿਸਾਨਾਂ ਦਾ ਜਿਹੜਾ ਸਿੱਧੇ ਰੂਪ ਦੇ ਵਿੱਚ ਜਾਂ ਅਸਿੱਧੇ ਰੂਪ ਦੇ ਵਿੱਚ ਸਾਥ ਦਿੱਤਾ। ਕਿਸੇ ਨੇ ਲੰਗਰ ਲਾਏ, ਕਿਸੇ ਨੇ ਜਿਵੇਂ ਕੈਪਟਨ ਸਰਕਾਰ ਨੂੰ ਕਿਹਾ ਗਿਆ ਸੀਗਾ ਕਿ ਸਿੱਧੇ ਰੂਪ ਦੇ ਵਿੱਚ ਮਦਦ ਕੀਤੀ ਜਦੋਂ ਬੈਰੀਕੇਡ ਟੱਪੇ ਸੀਗੇ। ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਵੀ ਸਾਥ ਦੇਣਗੀਆਂ? ਦੇਖੋ, ਇੱਕ ਤਾਂ ਰਿਹਾ ਬੀਜੇਪੀ ਦਾ ਸ਼ੁਰੂ ਤੋਂ ਵਿਰੋਧ ਰਿਹਾ। ਕਾਂਗਰਸ ਬਾਰੇ ਇਹ ਕਿਹਾ ਗਿਆ ਕਿ ਕਾਂਗਰਸ ਨੇ ਬੜੀ ਇਨਡਾਇਰੈਕਟ ਮਦਦ ਕੀਤੀ ਹੈ। ਇਨਡਾਇਰੈਕਟ ਮਦਦ ਕੀ ਜਿਵੇਂ ਕਿਸਾਨਾਂ ਨੂੰ ਇੱਥੇ ਨਹੀਂ ਰੋਕਿਆ ਗਿਆ, ਪੁਲਿਸ ਨਹੀਂ ਤਾਂ ਆਪਾਂ ਦੇਖਦੇ ਹਾਂ ਕਿੰਨਾ ਪੁਲਿਸ ਕਿਸੇ ਵੀ ਮਸਲੇ ਦੇ ਉੱਤੇ ਭਿੜ ਜਾਂਦੀ ਹੈ, ਕਨਫਰੰਟ੍ਰੇਸ਼ਨ ਹੁੰਦੀ ਹੈ। ਪਰ ਦਿੱਲੀ ਨੂੰ ਕੈਪਟਨ ਨੂੰ ਪਤਾ ਸੀਗਾ ਕਿ ਦਿੱਲੀ ਜਾਣਗੇ ਤੇ ਸਾਡਾ ਖਹਿੜਾ ਛੁੱਟੇਗਾ। ਸਰਕਾਰ ਨੂੰ ਪਤਾ ਸੀਗਾ, ਦਿੱਲੀ ਗਏ, ਇੱਥੋਂ ਖਹਿੜਾ ਛੁੱਟਿਆ। ਤੇ ਇਸ ਗੱਲ 'ਚ ਕੈਪਟਨ ਇੱਕ ਲੈਵਲ 'ਤੇ ਉਹ ਕਹਿੰਦੇ ਵੀ ਰਹੇ ਕਿ ਠੀਕ ਹੈ, ਕੈਪਟਨ ਨੇ ਤਾਂ ਕੋਈ ਕਨਫਰੰਟ੍ਰੇਸ਼ਨ ਸਾਡੇ ਨਾਲ ਨਹੀਂ ਪਏ। ਕੈਪਟਨ ਨੂੰ ਸਮਝਾਇਆ ਹੋਵੇਗਾ, ਉਹਨਾਂ ਦੇ ਸਲਾਹਕਾਰਾਂ ਨੇ ਕਨਫਰੰਟ੍ਰੇਸ਼ਨ 'ਚ ਪਾਉਂਗੇ, ਨੁਕਸਾਨ ਹੋ ਜਾਏਗਾ। ਨੰਬਰ 2 ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਹਿ ਲਓ। ਸ਼੍ਰੋਮਣੀ ਅਕਾਲੀ ਦਲ ਆ ਜਿਹੜਾ, ਉਹ ਇੱਥੋਂ ਕਦੇ ਬੱਸਾਂ ਭੇਜਦਾ ਰਿਹਾ। ਸ਼੍ਰੋਮਣੀ SGPC ਨੇ ਜਾ ਕੇ ਲੰਗਰ ਲਾਇਆ ਉੱਥੇ। ਹੋਰ ਵੀ ਅਕਾਲੀ ਦਲ ਦੇ ਵੱਲੋਂ ਵੀ ਇਨੀਸ਼ੀਏਟਿਵ ਲਏ ਗਏ, ਡਾਇਰੈਕਟ ਇਨਡਾਇਰੈਕਟ ਬੰਦੇ ਵੀ ਭੇਜੇ ਗਏ। ਬਹੁਤ ਸਾਰੀਆਂ ਚੀਜ਼ਾਂ ਉਸ ਤਰ੍ਹਾਂ ਦੀਆਂ ਹੁੰਦੀਆਂ ਨੇ, ਵੱਖ-ਵੱਖ ਪਾਰਟੀਆਂ ਨੇ ਆਪਣੇ ਲੈਵਲ 'ਤੇ ਕੀਤੀਆਂ। ਤੇ ਤੀਜੇ ਪੱਧਰ ਦੇ ਉੱਤੇ ਆਪਾਂ ਆਮ ਆਦਮੀ ਪਾਰਟੀ ਦੇਖਦੇ ਹਾਂ। ਆਮ ਆਦਮੀ ਪਾਰਟੀ ਨੇ ਵੀ ਲੰਗਰ ਲਾਇਆ ਉੱਥੇ। ਇਹ ਤਾਂ ਸਭ ਨੂੰ ਪਤਾ, ਉੱਥੇ ਸਟੇਜ ਦੇ ਪਿਛਲੇ ਪਾਸੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਹਾਲ ਹੈਗਾ, ਉੱਥੇ ਬਕਾਇਦਾ ਤੌਰ ਦੇ ਉੱਤੇ ਲੰਗਰ ਲਾਇਆ ਗਿਆ। ਹੋਰ ਵੀ ਉਹਨਾਂ ਨੇ ਪਾਣੀ ਦਾ ਪ੍ਰਬੰਧ ਕੀਤਾ। ਬਹਿਸਦੇ ਵੀ ਨਜ਼ਰ ਆਏ, ਪ੍ਰਸ਼ਾਸਨ ਪਾਣੀ ਬੰਦ ਕਰਨਾ ਚਾਹੁੰਦਾ ਸੀਗਾ। ਉਹਨਾਂ ਦਿਨਾਂ 'ਚ ਆਪਾਂ ਦੇਖਿਆ ਰਾਘਵ ਚੱਡਾ, ਮਨੀਸ਼ ਸੋਦੀਆ ਸਾਰੇ ਉੱਥੇ ਜਾਂਦੇ ਸੀਗੇ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਰਹੇ ਹਾਂਗੇ। ਹੁਣ ਇਹ ਹੋ ਸਕਦਾ ਕਿ ਸੰਯੁਕਤ ਮੋਰਚਾ ਕੋਈ ਉਹਨਾਂ ਨੂੰ ਕਹੇ, ਦੇਖੋ ਸਟੇਜ 'ਤੇ ਤਾਂ ਕਿਸੇ ਨੂੰ ਚੜ੍ਹਨ ਨਹੀਂ ਦੇਣਾ, ਇਹ ਤਾਂ ਪਹਿਲਾਂ ਹੀ ਤੈਅ ਹੋ ਚੁੱਕਿਆ ਕਿ ਸਟੇਜ 'ਤੇ ਕਿਸੇ ਨੂੰ ਨਹੀਂ ਚੜ੍ਹਨ ਦਿੱਤਾ ਜਾਏਗਾ। ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਕਿਸਾਨਾਂ ਦੀ ਸਟੇਜ 'ਤੇ ਨਹੀਂ ਚੜ੍ਹੇਗਾ। ਇਹ ਪਹਿਲੇ ਦਿਨ ਤੋਂ ਫੈਸਲਾ। ਇੱਕ ਵਾਰ ਜ਼ਰੂਰ ਅੰਦੋਲਨ ਸੰਕਟ 'ਚ ਆਇਆ, ਆਪਾਂ ਨੂੰ ਪਤਾ, ਜਦੋਂ ਅੰਦੋਲਨ ਬਿਲਕੁਲ ਹੀ ਚੁੱਕਣ ਲੱਗ ਗਏ ਸੀ, ਉਦੋਂ MP ਪਹੁੰਚੇ, ਟਕੈਤ ਦੇ ਨਾਲ ਸੁਖਬੀਰ ਬਾਦਲ ਵੀ ਖੜੇ ਨਜ਼ਰ ਆਏ ਸੀ। MPਆਂ ਦੀ ਇੱਕ ਬੱਸ ਭਰ ਕੇ, ਤੁਹਾਡੇ ਯਾਦ ਹੋਊਗਾ, ਗਈ ਸੀਗੀ ਗਾਜੀਪੁਰ ਬਾਰਡਰ ਦੇ ਉੱਤੇ। ਉਦੋਂ ਜ਼ਰੂਰ ਸਪੇਸ, ਕਿਉਂਕਿ ਉਦੋਂ ਕ੍ਰਾਈਸਿਸ ਦਾ ਦਿਨ ਸੀ, ਪਰ ਵੈਸੇ ਆਫੀਸ਼ੀਅਲੀ ਉਹਨਾਂ ਨੇ ਕਦੇ ਆਪਣੀ ਸਟੇਜ ਤੋਂ ਕਿਸੇ ਨੂੰ ਸੰਬੋਧਿਤ ਨਹੀਂ ਹੋਣ ਦਿੱਤਾ। ਇਹ ਉਹਨਾਂ ਦੀ ਰਣਨੀਤੀ ਹੁਣ ਵੀ ਰਹੇਗੀ। ਪਰ ਉਹ ਇਹ ਕਹਿ ਸਕਦੇ ਨੇ, ਜਿਵੇਂ ਮੈਂ ਕਹਿ ਰਿਹਾ ਹੈਗਾ, ਕਿ ਏਜੰਡਾ ਕੀ ਹੋਵੇ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਏਜੰਡਾ ਕੀ ਹੋਵੇ। ਏਜੰਡਾ ਕਿਸਾਨੀ ਹੋਵੇ। ਜੇ ਕੰਪੇਨ ਕਰਨੀ ਆ, ਕੋਈ ਗੱਲ ਕਰਨੀ ਆ, ਕਿਸਾਨੀ 'ਤੇ ਹੋਵੇ। ਮੋਦੀ ਸਰਕਾਰ 'ਤੇ ਪ੍ਰੈਸ਼ਰ ਪਾਉਣ ਵਾਲਾ ਏਜੰਡਾ ਹੋਵੇ। ਇਹ ਉਹ ਕਹਿ ਸਕਦੇ ਨੇ, ਇੰਸਟਰਕਟ ਵੀ ਕਰ ਸਕਦੇ ਨੇ ਕਿ ਜਦੋਂ ਸਾਰਾ ਪੰਜਾਬ ਕਿਸਾਨੀ ਦੀ ਗੱਲ ਕਰ ਰਿਹਾ ਤਾਂ ਪੋਲੀਟੀਕਲ ਪਾਰਟੀਆਂ ਚੋਣ ਮੁੱਦਾ ਕਿਸਾਨੀ ਨੂੰ ਬਣਾਉਣ, ਕਿਸਾਨੀ ਦੇ ਮਸਲੇ 'ਤੇ ਗੱਲ ਕਰਨ, ਕਿਸਾਨੀ ਦੇ ਮਸਲੇ ਨੂੰ ਅੱਗੇ ਲੈ ਕੇ ਜਾਣ, ਕਿਸਾਨੀ ਦੇ ਮਸਲੇ 'ਤੇ ਇੱਕ ਪ੍ਰੈਸ਼ਰ ਬਿਲਡ ਕਰਨ। ਪਰ ਉਹ ਸਪੋਰਟਿਵ ਹੋਵੇ, ਉਹ ਅੰਦਰ ਸ਼ਾਮਲ ਨਹੀਂ ਹੋ ਸਕਦੇ। ਬਾਹਰੋਂ ਸਪੋਰਟ ਜਿਹੜਾ ਹੁੰਦਾ ਨਾ, ਬਾਹਰੋਂ ਸਮਰਥਨ ਦੇਣਾ ਕਿਸੇ ਵੀ ਗੱਲ ਨੂੰ, ਤਾਂ ਬਾਹਰੋਂ ਸਮਰਥਨ ਦੀ ਗੱਲ ਹੋਏਗੀ। ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਵੀ ਕੋਈ ਗੱਲ ਹੋ ਸਕਦੀ ਹੈ। ਬਾਕੀ ਤਾਂ ਸੰਯੁਕਤ ਮੋਰਚੇ ਨੇ ਦੇਖਣਾ, ਅਲਟੀਮੇਟ ਅਥਾਰਟੀ ਸੰਯੁਕਤ ਮੋਰਚਾ, ਉਹਨਾਂ ਨੇ ਕੀ ਕਹਿਣਾ। ਪਰ ਇਸ ਤਰ੍ਹਾਂ ਦੀ ਵੀ, ਕਿਉਂਕਿ ਉਹ ਪਹਿਲਾਂ ਵੀ ਕਹਿੰਦੇ ਰਹੇ ਨੇ ਸਪੋਰਟ ਜਿਹੜਾ ਮਰਜ਼ੀ ਕਰੋ, ਝੰਡਾ ਨਾ ਲੈ ਕੇ ਆਓ ਤੇ ਆਪਦੀ ਚੌਧਰ ਨਾ ਲੈ ਕੇ ਆਓ, ਸਟੇਜ 'ਤੇ ਬੋਲਣ ਦਾ ਆਪਦਾ ਉਹ ਨਾ ਲੈ ਕੇ ਆਓ, ਸਟੇਜ 'ਤੇ ਬੋਲਣਾ। ਆਓ ਕਾਂਗਰਸੀ ਆਓ, ਅਕਾਲੀ ਆਓ, ਆਪ ਆਓ, ਉਰੇ ਕਿਸਾਨ ਬਣ ਕੇ ਆਓ, ਕਿਸਾਨਾਂ ਦੇ ਸਮਰਥਕ ਬਣ ਕੇ ਆਓ, ਕਿਸਾਨੀ ਦੇ ਹਮਦਰਦ ਬਣ ਕੇ ਆਓ। ਸਾਨੂੰ ਕੋਈ ਸਮੱਸਿਆ ਨਹੀਂ। ਉਸੇ ਧਰਨੇ 'ਚ ਬੈਠੇ ਰਹੇ ਨੇ ਅਕਾਲੀ ਵੀ, ਕਾਂਗਰਸੀ ਵੀ, ਆਪ ਵਾਲੇ, ਉਹਨਾਂ ਦੇ ਵਰਕਰ, ਉਹਨਾਂ ਦੇ ਸਰਪੰਚ, ਉਹਨਾਂ ਦੇ ਹੋਰ ਜਿੰਨੇ ਅਹੁਦੇਦਾਰ ਨੇ ਉੱਥੇ ਫਿਰਦੇ ਰਹੇ ਨੇ। ਕਿਸੇ ਨੇ ਕਿਸੇ ਦਾ ਵਿਰੋਧ ਨਹੀਂ ਕੀਤਾ। ਜਦੋਂ ਕੋਈ ਲੀਡਰ ਬਣਨ ਦੀ ਗੱਲ ਕਰਦਾ ਸੀ ਜਾਂ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ, ਉਦੋਂ ਜ਼ਰੂਰ ਵਿਰੋਧ ਹੋਇਆ। ਕਈ ਥਾਵਾਂ 'ਤੇ ਉਹ ਵਿਰੋਧ ਵੀ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ। ਉਸ ਵਿਰੋਧ ਦਾ ਵੀ ਬਾਅਦ 'ਚੋਂ ਸੰਯੁਕਤ ਮੋਰਚੇ ਨੇ ਵਿਰੋਧ ਕੀਤਾ। ਇੱਕ ਦਿਨ ਕਿਸਾਨ ਸੰਸਦ ਸੀ, ਉੱਥੇ ਜੋ ਕੁਛ ਹੋਇਆ ਸੀਗਾ, ਜਿਹੜਾ ਬੁਲਾਈ ਗਈ ਸੀ ਖੁਦ
ਇੱਕ ਧੜੇ ਵੱਲੋਂ ਹੀ ਬੁਲਾਈ ਗਈ ਸੀ, ਚੜੂਨੀ ਹੋ ਰਹੀ ਸੀ, ਹੋਰ ਬਹੁਤ ਸਾਰੇ ਲੋਕ ਸੀ, ਤਾਂ ਉਹਦਾ ਬਾਅਦ ਚੋਂ ਕਿਹਾ ਵੀ ਗਿਆ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਪਰ ਮੈਨੂੰ ਲੱਗਦਾ ਸੰਯੁਕਤ ਮੋਰਚਾ ਇਸ ਤਰ੍ਹਾਂ ਦੇ ਕੋਈ ਨਿਰਦੇਸ਼ ਜਾਰੀ ਕਰ ਸਕਦਾ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਕਿਸਾਨੀ ਦੇ ਮਸਲੇ 'ਤੇ ਗੱਲ ਕਰੋ, ਕਿਸਾਨੀ ਦੇ ਮੁੱਦੇ ਨੂੰ ਉਠਾਓ, ਕਿਸਾਨੀ ਦੇ ਮੁੱਦੇ ਨੂੰ ਸੈਂਟਰ 'ਚ ਰੱਖੋ, ਬਾਕੀ ਜਿਹੜੀ ਆਪਸੀ ਤੂੰ ਮੈਂ ਆ ਪੋਲੀਟੀਕਲ ਪਾਰਟੀਆਂ ਦੀ ਉਹ ਬੰਦ ਕਰੋ। ਜੀ, ਕੀ ਲੱਗਦਾ ਕਿ ਬੀਜੇਪੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਇਸ ਦੇ ਨਾਲ? ਬੀਜੇਪੀ ਦੀਆਂ ਮੁਸ਼ਕਲਾਂ ਤਾਂ ਪਹਿਲਾਂ ਵੀ ਵਧੀਆਂ ਹੋਈਆਂ ਨੇ, ਹੋਰ ਵਧਣਗੀਆਂ। ਦੇਖੋ ਬੀਜੇਪੀ ਬਾਰੇ ਤਾਂ ਡਾਇਰੈਕਟ ਆ, ਉਹਨਾਂ ਨੇ ਇਹ ਵੀ ਕਿਹਾ ਗਾ ਕਿਸਾਨ ਮੋਰਚੇ ਨੇ ਕਿ ਬੀਜੇਪੀ ਨਾਲ ਸਾਡੀ ਕੋਈ ਨਿੱਜੀ ਲੜਾਈ ਥੋੜ੍ਹੀ ਆ, ਸਾਡੀ ਕੋਈ ਪਰਸਨਲ ਲੜਾਈ ਥੋੜ੍ਹੀ ਆ ਬੀਜੇਪੀ ਦੇ ਨਾਲ, ਮੁੱਦੇ ਦੀ ਲੜਾਈ ਹੈ। ਅਸੀਂ ਕਹਿ ਰਹੇ ਹਾਂ ਬਿੱਲ ਵਾਪਸ ਕਰੋ ਤੇ ਮਸਲਾ ਹੱਲ ਕਰੋ, ਤੇ ਬੀਜੇਪੀ ਵਾਲੇ ਹਸਲਾ ਕਰਾ ਸਕਦੇ ਨੇ ਅਗਰ ਪੰਜਾਬ ਵਾਲੇ ਜਾਣ। ਅਨਿਲ ਜੋਸ਼ੀ ਇਹ ਕਹਿੰਦੇ ਰਹੇ ਨੇ, ਕਿੰਨੇ ਬੀਜੇਪੀ 'ਚੋਂ ਨਿਕਲ ਕੇ ਬੰਦੇ ਕਹਿਣ ਲੱਗੇ ਕਿ ਭਾਈ ਜੇ ਪੰਜਾਬ 'ਚ ਆਪਾਂ ਰਹਿਣਾ, ਪੰਜਾਬ 'ਚ ਕੰਮ ਕਰਨਾ, ਪੰਜਾਬ 'ਚ ਸਦਭਾਵਨਾ ਰਵੇ, ਭਾਈਚਾਰਾ ਰਵੇ, ਪਿਆਰ ਰਵੇ, ਹਿੰਦੂ ਸਿੱਖ ਏਕਤਾ ਰਵੇ, ਸਾਰੇ ਪਿਆਰ ਨਾਲ ਰਹਿਣ, ਸਾਰੇ ਧਰਮ, ਸਾਰੇ ਵਰਗ, ਤਾਂ ਫਿਰ ਸਾਨੂੰ ਸਾਰਿਆਂ ਨੂੰ ਸੋਚਣਾ ਪਏਗਾ। ਤਾਂ ਬੀਜੇਪੀ ਦੇ ਨੇ ਕੁਛ ਨਹੀਂ ਰੀਥਿੰਕਿੰਗ ਕੀਤਾ, ਇਸੇ ਕਰਕੇ ਉਹਨਾਂ ਨੇ ਬਾਈਕਾਟ ਵੀ ਕੀਤਾ ਕਿ ਬੀਜੇਪੀ ਨਹੀਂ ਆਏਗੀ। ਤਾਂ ਬੀਜੇਪੀ ਦੀਆਂ ਮੁਸ਼ਕਲਾਂ ਇਹ ਵਧਣਗੀਆਂ ਕਿ ਜਦੋਂ ਇਹ ਪੋਲੀਟੀਕਲ ਪਾਰਟੀਆਂ ਦਾ ਹਿੱਸਾ ਨੇ, ਉਹਨਾਂ ਨੂੰ ਬੁਲਾ ਰਹੇ ਨੇ, ਇਹਦਾ ਮਤਲਬ ਰਿਕੋਗਨਾਈਜ਼ ਤਾਂ ਕਰ ਰਹੇ ਨੇ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ। ਬੀਜੇਪੀ ਨੂੰ ਤਾਂ ਕੋਈ ਰਿਕੋਗਨਾਈਜ਼ ਹੀ ਨਹੀਂ ਕਰ ਰਿਹਾ ਐਜ਼ ਏ ਪੋਲੀਟੀਕਲ ਪਾਰਟੀ, ਕਿਸਾਨ ਤਾਂ ਨਹੀਂ ਕਰ ਰਹੇ, ਘੱਟੋ ਘੱਟ ਉਹਨਾਂ ਦੇ ਹਮਦਰਦ ਕਰ ਰਹੇ ਹੋਣਗੇ। ਇਸ ਕਰਕੇ ਉਹ ਸਾਰੀਆਂ ਗੱਲਾਂ ਸਾਨੂੰ ਬਕਾਇਦਾ ਤੌਰ ਦੇ ਉੱਤੇ ਦੇਖਣ ਨੂੰ ਮਿਲਣਗੀਆਂ, ਤੇ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਅਗਲੇ ਦਿਨਾਂ ਦੇ ਅੰਦਰ ਬੀਜੇਪੀ ਦੇ ਲਈ ਵੱਡਾ ਇੱਕ ਸਮੱਸਿਆ ਵੀ ਖੜੀ ਹੋਏਗੀ, ਬੀਜੇਪੀ ਦੇ ਲਈ ਸੰਕਟ ਵੀ ਆਉਣ ਵਾਲੇ ਦਿਨਾਂ 'ਚ ਖੜਾ ਹੋਏਗਾ, ਜਦੋਂ ਇੱਕ ਪੋਲੀਟੀਕਲ ਪਾਰਟੀਆਂ 'ਚ ਇਸ ਤਰ੍ਹਾਂ ਦਾ ਕੰਸੈਂਸ ਹੋਏਗਾ। ਹਾਲਾਂਕਿ ਉਹਨਾਂ ਦੀ ਆਪਣੀ ਆਪਣੀ ਰਾਜਨੀਤੀ ਹੈ, ਪਰ ਘੱਟੋ ਘੱਟ ਜੇ ਉਹ ਕਿਸਾਨੀ ਦੇ ਮੁੱਦੇ 'ਤੇ ਬੋਲਣਾ ਸ਼ੁਰੂ ਹੁੰਦੇ ਨੇ ਸਾਰੇ, ਤਾਂ ਬੀਜੇਪੀ ਲਈ ਹੋਰ ਮੁਸ਼ਕਲਾਂ ਵਧਣਗੀਆਂ, ਬੀਜੇਪੀ ਲਈ ਸੰਕਟ ਜ਼ਰੂਰ ਵਧੇਗਾ। ਦੇਖਦੇ ਹਾਂ ਹੁਣ ਬੀਜੇਪੀ ਉਹਦਾ ਅਲਟਰਨੇਟਿਵ ਕੀ ਲੱਭਦੀ ਹੈ, ਬੀਜੇਪੀ ਉਹਦਾ ਬਦਲ ਕੀ ਲੱਭਦੀ ਹੈ, ਕਿਸਾਨ ਮੋਰਚੇ ਦਾ ਹੱਲ ਕਰਵਾਉਂਦੀ ਹੈ ਜਾਂ ਨਹੀਂ ਕਰਵਾਉਂਦੀ। ਜੀ, ਕੀ ਲੱਗਦਾ, ਕਿਉਂਕਿ 2022 ਦੀਆਂ ਚੋਣਾਂ ਬੇहद ਨਜ਼ਦੀਕ ਆ ਰਹੀਆਂ ਨੇ, ਸਿਆਸੀ ਲੀਡਰਾਂ ਨੇ ਸਰਗਰਮੀਆਂ ਤਾਂ ਵਧਾ ਦਿੱਤੀਆਂ ਨੇ, ਹੁਣ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਪਾਉਣਗੇ? ਕਿਸਾਨਾਂ ਦੇ ਸਵਾਲਾਂ ਦੇ ਜਵਾਬ, ਦੇਖੋ ਸਵਾਲ ਕਰਨਾ ਤਾਂ ਮੈਨੂੰ ਲੱਗਦਾ ਹੁਣ ਵੀ ਨਹੀਂ ਸੰਯੁਕਤ ਮੋਰਚਾ ਕਹੇਗਾ ਕਿ ਸਵਾਲ ਨਾ ਕਰੋ, ਸਵਾਲ ਤਾਂ ਹੋਣਗੇ। ਅਸਲ 'ਚ ਮੇਰਾ ਤਾਂ ਇਹ ਮੰਨਣਾ, ਜਿਹੜਾ ਵੀ ਬੰਦਾ ਕਨਫੈਡਰੇਸ਼ਨ ਦੀ ਪੋਲਿਟਿਕਸ ਕਰੇਗਾ ਕਿਸਾਨਾਂ ਨਾਲ, ਉਹਦਾ ਨੁਕਸਾਨ ਹੋਏਗਾ। ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਕੋਈ ਵੀ ਵਿਅਕਤੀ ਹੋਵੇ। ਇਸ ਧਰਨੇ ਦੇ ਅੰਦਰ ਵੀ ਜਿਹੜੇ ਬੰਦੇ ਨੇ ਹੀਰੋ ਬਣਨ ਦੀ ਕੋਸ਼ਿਸ਼ ਕੀਤੀ, ਕਨਫੈਡਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਉਹ ਬੰਦਾ ਜ਼ੀਰੋ ਹੋਇਆਗਾ। ਲੋਕਾਂ 'ਚ ਬਹੁਤ ਕਲੈਰਿਟੀ ਹੁੰਦੀ ਹੈਗੀ, ਇਹ ਚੀਜ਼ ਨਹੀਂ ਚੱਲੇਗੀ। ਲੋਕ ਬਹੁਤ ਇਮੋਸ਼ਨਲੀ ਜੁੜੇ ਹੋਏ ਨੇ ਉਸ ਗੱਲ ਦੇ ਨਾਲ, ਉਹਦੇ 'ਚੋਂ ਆਪਦੀ ਰਾਜਨੀਤੀ ਲੱਭਣਾ, ਆਪਣੀ ਗੱਲ ਲੱਭਣਾ। ਸਭ ਤੋਂ ਵੱਡੀ ਰਾਜਨੀਤੀ ਮੈਨੂੰ ਲੱਗਦਾ ਇਸ ਦੌਰ 'ਚ ਉਹ ਆ, ਰਾਜਨੀਤੀ ਨਾ ਕਰਨਾ। ਰਾਜਨੀਤੀ ਨਾ ਕਰਨਾ ਹੀ ਸਭ ਤੋਂ ਵੱਡੀ ਰਾਜਨੀਤੀ ਹੈ। ਜਿਹੜਾ ਬੰਦਾ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਮੂੰਹ ਦਿਖਾਣੀ ਪੈ ਰਹੀ ਹੈ। ਇਸ ਕਰਕੇ 2022 ਦੀਆਂ ਚੋਣਾਂ ਦੇ ਅੰਦਰ ਇਹ ਮੁੱਦਾ ਬਹੁਤ ਅਹਿਮ ਹੈ, ਔਰ 2022 ਦੀਆਂ ਚੋਣਾਂ 'ਤੇ ਇਹਦਾ ਅਸਰ ਆ। ਜਦੋਂ ਤੱਕ ਧਰਨਾ ਖਤਮ ਨਹੀਂ ਹੁੰਦਾ, 2022 ਦੀਆਂ ਚੋਣਾਂ ਬਾਰੇ ਸੋਚਿਆ ਨਹੀਂ ਜਾ ਸਕਦਾ। 2022 ਦੀਆਂ ਚੋਣਾਂ 'ਚ ਲੋਕਾਂ 'ਚ ਮਾਹੌਲ ਕਿਸ ਤਰ੍ਹਾਂ ਦਾ, ਲੋਕਾਂ 'ਚ ਫਰਸਟ੍ਰੇਸ਼ਨ ਆ, ਲੋਕਾਂ 'ਚ ਕਿਸਾਨੀ ਮੁੱਦੇ 'ਤੇ ਨਹੀਂ, ਓਵਰਆਲ ਪੋਲੀਟੀਕਲ ਕਲਾਸ ਪ੍ਰਤੀ ਫਰਸਟ੍ਰੇਸ਼ਨ ਆ। ਪੋਲੀਟੀਕਲ ਕਲਾਸ ਤੋਂ ਲੋਕ ਫਰਸਟ੍ਰੇਟ ਹੋਏ ਨੇ, ਇਸ ਕਰਕੇ ਉਹ 'ਚ ਬਹੁਤ ਸਾਰੇ ਸਵਾਲ ਨੇ। ਉਹ 'ਚ ਬੇਰੁਜ਼ਗਾਰੀ ਆ, ਉਹਦੇ 'ਚ ਨਸ਼ਾ ਹੈਗਾ, ਉਹ 'ਚ ਪੰਜਾਬ ਦੇ ਪਾਣੀਆਂ ਦਾ ਮਸਲਾ ਹੈਗਾ, ਉਹ 'ਚ ਪੰਜਾਬ ਦੀ ਗਰੀਬੀ ਦਾ ਮਸਲਾ, ਪੰਜਾਬ 'ਚ ਬੇਰੁਜ਼ਗਾਰੀ ਦਾ ਮਸਲਾ, ਬਹੁਤ ਸਾਰੇ ਇਸ਼ੂ ਨੇਗੇ। ਇਸ ਕਰਕੇ ਜਿਹੜੀ ਵੀ ਪਾਰਟੀ ਕਨਫੈਡਰੇਸ਼ਨ ਦੀ ਪੋਲਿਟਿਕਸ 'ਚ ਪਏਗੀ, ਉਹਦਾ ਨੁਕਸਾਨ ਹੋਏਗਾ। ਜਿਹੜੀ ਪਾਰਟੀ ਸਹਿਜਤਾ ਦੇ ਨਾਲ ਉਹ ਚੀਜ਼ਾਂ ਦੇ ਨਾਲ ਅੰਗੇਜ ਕਰੇਗੀ, ਔਰ 2022 ਇੱਕ ਤਿੱਖੀ ਇਲੈਕਸ਼ਨ ਹੋਣ ਜਾ ਰਹੀ ਹੈ, ਔਰ ਬੜੀ ਸਕੈਟਰਡ ਇਲੈਕਸ਼ਨ ਹੋਊਗੀ, ਬਹੁਤ ਆਰਗੇਨਾਈਜ਼ਡ ਨਹੀਂ ਹੋਣੀ। ਚਿਹਰਿਆਂ ਦੇ ਉੱਤੇ ਚੀਜ਼ਾਂ ਲੜੀਆਂ ਜਾਣਗੀਆਂ, ਜਿਹੜਾ ਵਿਅਕਤੀ ਵਧੀਆ ਲੱਗੇਗਾ ਲੋਕਾਂ ਨੂੰ। ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂਗੇ। ਤਾਂ ਦੇਖਣਾ ਇਹੀ ਹੈਗਾ ਕਿ ਇਹ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਵਾਕਈ ਸੇਧ ਲੈ ਕੇ ਕਿਸਾਨ ਮੋਰਚਾ ਜਿਹੜੀ ਗੱਲ ਕਰੇਗਾ, ਰਾਜਨੀਤੀ ਦਾ ਤਰੀਕਾ ਬਦਲਦੀਆਂ ਨੇ, ਕਿਸ ਤਰੀਕੇ ਨਾਲ ਰਾਜਨੀਤੀ ਕਰਦੀਆਂ ਨੇ। ਬਹੁਤ ਸਾਰੇ ਸਵਾਲ ਆਉਣ ਵਾਲੇ ਸਮੇਂ ਲਈ ਹੈ, ਉਹ ਦੇਖਦੇ ਆਉਣ ਵਾਲੇ ਸਮੇਂ ਦੇ ਅੰਦਰ ਉਹ ਸਵਾਲਾਂ ਦੇ ਜਵਾਬ ਮਿਲਦੇ ਆ ਜਾਂ ਫਿਰ ਸਵਾਲ ਹੋਰ ਤਿੱਖੇ ਹੁੰਦੇ ਜਾਣਗੇ। ਤੇ ਸਵਾਲ ਤਾਂ ਲੋਕਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਹੀ ਕਰਨੇ, ਕਿਸੇ ਹੋਰ ਨੂੰ ਨਹੀਂ ਕਰਨਾ, ਔਰ ਬਣਦੇ ਵੀ ਹੈ। ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ, ਉਹਨਾਂ ਨੇ ਪੰਜਾਬ 'ਤੇ ਰਾਜ ਕੀਤਾ ਜਾਂ ਰਾਜ ਕਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਸਵਾਲ ਕਰਨਾ ਲੋਕਾਂ ਦਾ ਹੱਕ ਹੈਗਾ। ਜੀ, ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਸਿੱਧੇ ਰੂਪ ਦੇ ਵਿੱਚ ਸਿਆਸੀ ਲੀਡਰਾਂ ਨੂੰ ਸੁਨੇਹਾ ਭੇਜ ਦਿੱਤਾ ਗਿਆ, ਬੁਲਾਵਾ ਭੇਜ ਦਿੱਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਸਿਆਸੀ ਪਾਰਟੀਆਂ ਦੇ ਆਗੂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਣਗੇ ਜਾਂ ਫਿਰ ਨਹੀਂ।